ਹੈਲੋ 12th ਕਲਾਸ। ਸੋ ਵੈਲਕਮ ਟੂ ਕਲਾਸ ਐਂਡ ਅੱਜ ਦੀ ਕਲਾਸ ਦੇ ਵਿੱਚ ਆਪਾਂ ਸਟਾਰਟ ਕਰਾਂਗੇ ਚੈਪਟਰ 3 ਤੇ ਇਹ ਕੀ ਆ ਤੁਹਾਡੇ ਮੈਥ ਦਾ ਸਾਰਿਆਂ ਤੋਂ ਈਜ਼ੀ ਚੈਪਟਰ ਹੈ, ਸਾਰਿਆਂ ਤੋਂ ਸੌਖਾ ਚੈਪਟਰ ਹੈ ਜਿਹੜਾ ਜੇ ਆਪਾਂ ਦੇਖਿਆ ਜਾਵੇ ਤਾਂ ਉਹ ਕਿਹੜਾ ਹੈ ਮੈਟ੍ਰਿਸਿਸ। ਠੀਕ ਹੈ, ਤੇ ਕੋਈ ਵੀ ਟੀਚਰ ਜਦੋਂ ਸਿਲੇਬਸ ਸਟਾਰਟ ਕਰਦਾ ਤਾਂ ਉਹ ਪ੍ਰੈਫਰ ਕਰਦਾ ਕਿ ਇਸੇ ਚੈਪਟਰ ਤੋਂ ਕੀ ਕੀਤੀ ਜਾਵੇ, ਸਿਲੇਬਸ ਦੀ ਸ਼ੁਰੂਆਤ ਕੀਤੀ ਜਾਵੇ। ਠੀਕ ਹੈ, ਕਿਉਂਕਿ ਬੇਸ ਬਣਾਉਣ ਦੇ ਲਈ ਕਾਫੀ ਕੀ ਆ ਇਹ ਵਧੀਆ ਚੈਪਟਰ ਹੈ, ਕਾਫੀ ਈਜ਼ੀ ਚੈਪਟਰ ਆ। ਠੀਕ ਹੈ, ਸੋ ਆਪਾਂ ਸਟਾਰਟ ਕਰਦੇ ਹਾਂ। ਤੇ ਇਹ ਕੀ ਹੈ ਚੈਪਟਰ ਦਾ ਮੈਂ ਪਹਿਲਾਂ ਓਵਰਵਿਊ ਤੁਹਾਨੂੰ ਦੱਸ ਦਿੰਦਾ ਕਿ ਇਸ ਚੈਪਟਰ ਦੇ ਵਿੱਚ ਆਪਾਂ ਪੜਾਂਗੇ ਕੀ ਕੀ ਚੀਜ਼ਾਂ। ਠੀਕ ਹੈ, ਸੋ ਜੇ ਇਸ ਦੇ ਟੌਪਿਕਸ ਦੇਖੀਏ ਤਾਂ ਪਹਿਲਾ ਕੀ ਹੋਏਗਾ ਇੰਟਰੋਡਕਸ਼ਨ, ਜੋ ਆਪਾਂ ਪੜਾਂਗੇ ਅੱਜ ਦੀ ਕਲਾਸ ਦੇ ਵਿੱਚ। ਐਂਡ ਇਸ ਤੋਂ ਬਾਅਦ ਆ ਜਾਏਗਾ ਟਾਈਪਸ ਆਫ ਮੈਟ੍ਰਿਸਿਸ। ਠੀਕ ਹੈ ਨਾ, ਇੰਟਰੋਡਕਸ਼ਨ ਦੇ ਵਿੱਚ ਆਪਾਂ ਦੇਖ ਲਾਂਗੇ ਕਿ ਮੈਟ੍ਰਿਸਿਸ ਹੁੰਦੀਆਂ ਕੀ ਨੇ। ਠੀਕ ਹੈ, ਜੇ ਇਸ ਦੀ ਸਿੰਗੂਲਰ ਫਾਰਮ ਦੇਖੀਏ ਤਾਂ ਇਸ ਨੂੰ ਬੋਲਦੇ ਹੁੰਦੇ ਆ ਮੈਟ੍ਰਿਕਸ। ਤੇ ਜੇ ਆਪਾਂ ਕੀ ਦੇਖੀਏ ਇਸ ਦੀ ਪਲੂਰਲ ਫਾਰਮ ਤਾਂ ਉਹ ਹੋਏਗੀ ਮੈਟ੍ਰਿਸਿਸ। ਠੀਕ ਹੈ, ਤਾਂ ਅੱਜ ਦੀ ਕਲਾਸ ਦੇ ਵਿੱਚ ਆਪਾਂ ਦੇਖਾਂਗੇ ਇੰਟਰੋਡਕਸ਼ਨ ਐਂਡ ਟਾਈਪਸ ਆਫ ਮੈਟ੍ਰਿਸਿਸ। ਇਸ ਤੋਂ ਅਗਲੀ ਕਲਾਸ ਦੇ ਵਿੱਚ ਦੇਖਾਂਗੇ ਆਪਰੇਸ਼ਨ ਔਨ ਮੈਟ੍ਰਿਸਿਸ। ਠੀਕ ਹੈ ਨਾ, ਆਪਰੇਸ਼ਨ ਦਾ ਮਤਲਬ ਕੀ ਹੈ, ਮੈਟ੍ਰਿਸਿਸ ਨੂੰ ਕਿਵੇਂ ਐਡ ਕੀਤਾ ਜਾਂਦਾ, ਕਿਵੇਂ ਸਬਟਰੈਕਟ ਕੀਤਾ ਜਾਂਦਾ ਐਂਡ ਕਿਵੇਂ ਇਸ ਤੋਂ ਬਾਅਦ ਮਲਟੀਪਲਾਈ ਕੀਤਾ ਜਾਂਦਾ। ਠੀਕ ਹੈ, ਡਿਵਾਈਡ ਆਪਾਂ ਇਸ ਦੇ ਵਿੱਚ ਨਹੀਂ ਪੜਾਂਗੇ, ਇਹ ਆ ਜਾਏਗਾ। ਫਿਰ ਹੁੰਦਾ ਇੱਕ ਟਰਾਂਸਪੋਜ਼ ਆਫ ਮੈਟ੍ਰਿਸਿਸ, ਫਿਰ ਹੁੰਦਾ ਸਿਮੈਟ੍ਰਿਕ ਐਂਡ ਸਕਿਊ ਸਿਮੈਟ੍ਰਿਕ ਮੈਟ੍ਰਿਸਿਸ, ਤੇ ਲਾਸਟ ਤੇ ਆ ਜਾਏਗਾ ਇਨਵਰਸ ਆਫ ਏ ਮੈਟ੍ਰਿਕਸ। ਠੀਕ ਹੈ, ਸੋ ਇਹ ਨੇ ਆਪਣੇ ਟੌਪਿਕਸ ਜੋ ਆਪਾਂ ਨੇ ਇਸ ਚੈਪਟਰ ਦੇ ਵਿੱਚ ਪੜ੍ਹਨੇ ਨੇ। ਸੋ ਹੁਣ ਆਪਾਂ ਸਟਾਰਟ ਕਰਦੇ ਹਾਂ ਆਪਣਾ ਪਹਿਲਾਂ ਇੰਟਰੋਡਕਸ਼ਨ। ਓਕੇ, ਸੋ ਜੇ ਦੇਖੀਏ ਆਪਾਂ ਕਿ ਇਸ ਦੀ ਡੈਫੀਨੇਸ਼ਨ ਕਿ ਮੈਟ੍ਰਿਕਸ ਦੀ ਡੈਫੀਨੇਸ਼ਨ ਕੀ ਹੁੰਦੀ ਆ, ਤਾਂ ਇਹ ਸਿਸਟਮ ਆਫ mn ਨੰਬਰਸ ਅਰੇਂਜਡ ਇਨ ਹੋਰੀਜ਼ੋਨਟਲ ਐਂਡ ਵਰਟੀਕਲ ਲਾਈਨਸ in the form of ordered set of m horizontal lines and n vertical lines। ਮਤਲਬ ਕੀ ਹੁੰਦਾ ਕਿ ਮੈਟ੍ਰਿਕਸ ਕੀ ਹੁੰਦੀ ਆ, ਇੱਕ ਸਿਸਟਮ ਹੁੰਦਾ ਕਿਹੜੇ ਨੰਬਰ ਦਾ, mn ਨੰਬਰਸ ਦਾ, ਜਿਨ੍ਹਾਂ ਨੂੰ ਅਰੇਂਜ ਕੀਤਾ ਜਾਂਦਾ ਹੋਰੀਜ਼ੋਨਟਲ ਲਾਈਨ ਦੇ ਵਿੱਚ ਐਂਡ ਵਰਟੀਕਲ ਦੇ ਲਾਈਨ ਦੇ ਵਿੱਚ। ਹੋਰੀਜ਼ੋਨਟਲ ਹੁੰਦੀਆਂ ਨੇ ਇਸ ਤਰੀਕੇ ਦੇ ਨਾਲ, ਵਰਟੀਕਲ ਹੁੰਦੀਆਂ ਨੇ ਇਸ ਤਰੀਕੇ ਦੇ ਨਾਲ। ਇਸ ਤਰੀਕੇ ਨਾਲ ਕੀ ਹੋਣਗੇ, ਇੱਥੇ ਇਹਨਾਂ ਦੇ ਕੁਛ ਨਾ ਕੁਛ ਐਲੀਮੈਂਟ ਹੋਣਗੇ। ਠੀਕ ਹੈ, ਜਿਨ੍ਹਾਂ ਨੂੰ ਕੀ ਕੀਤਾ ਜਾਏਗਾ, ਆਪਣੇ ਕੋਲ ਜਿਹੜੇ ਹੋਰੀਜ਼ੋਨਟਲ ਲਾਈਨਸ ਨੇ, ਇਹ ਹੋਰੀਜ਼ੋਨਟਲ ਲਾਈਨ ਨੇ। ਠੀਕ ਹੈ, ਜਿਨ੍ਹਾਂ ਨੂੰ ਕੀ ਬੋਲਦੇ ਹੁੰਦੇ ਆਪਾਂ ਰੋਜ਼। ਤੇ ਇਹ ਹੁੰਦੇ ਨੇ ਵਰਟੀਕਲ ਲਾਈਨਸ, ਜਿਨ੍ਹਾਂ ਨੂੰ ਕੀ ਕਿਹਾ ਜਾਂਦਾ ਕਾਲਮਸ। ਠੀਕ ਹੈ, ਹੁਣ ਐਮ ਕੀ ਹੋਣਗੀਆਂ, ਹੋਰੀਜ਼ੋਨਟਲ ਲਾਈਨ ਹੋਣਗੀਆਂ। ਐਨ ਕੀ ਹੋਣਗੇ, ਇਸ ਦੇ ਕਾਲਮ ਹੋਣਗੇ, ਜਿਨ੍ਹਾਂ ਨੂੰ ਆਪਾਂ ਕੀ ਦੇਖਾਂਗੇ, ਕਿਸੇ ਨਾ ਕਿਸੇ ਆਰਡਰ ਸੈੱਟ ਹੋਊਗਾ। ਆਰਡਰ ਦਾ ਮਤਲਬ ਇਹ ਹੈ ਕਿ ਇਸ ਦਾ ਕੋਈ ਨਾ ਕੋਈ ਆਰਡਰ ਹੋਊਗਾ। ਇਹ ਨਹੀਂ ਹੋਏਗਾ ਕਿ ਦੇਖੋ ਇਸ ਤਰੀਕੇ ਦੇ ਨਾਲ ਆਪਾਂ ਨੇ ਨੰਬਰ ਲਿਖਤੇ 1 2 3 4 5। ਠੀਕ ਹੈ ਨਾ, ਇਸ ਤਰੀਕੇ ਦੀ ਮੈਟ੍ਰਿਕਸ ਨਹੀਂ ਹੋਏਗੀ। ਮੈਟ੍ਰਿਕਸ ਅਸਲ 'ਚ ਕਿਵੇਂ ਬਣਦੀ ਹੁੰਦੀ ਹੈ, ਜਿਵੇਂ ਇੱਦਾਂ ਨੰਬਰ ਲਿਖਿਆ ਕੋਈ ਵੀ 1 2 3 0 6 9, ਇਹ ਮੈਟ੍ਰਿਕਸ ਹੋ ਜਾਏਗੀ। ਅਤੇ ਮੈਟ੍ਰਿਕਸ ਨੂੰ ਡਿਨੋਟ ਕਰਨ ਦਾ ਸਾਈਨ ਜ਼ਿਆਦਾਤਰ ਕਿਹੜਾ ਯੂਜ਼ ਕੀਤਾ ਜਾਂਦਾ, ਇਸ ਤਰੀਕੇ ਦੇ ਨਾਲ। ਠੀਕ ਹੈ, ਸਕੁਏਅਰ ਬ੍ਰੈਕਟ ਆਪਾਂ ਲਗਾ ਦਿੰਦੇ ਹੁੰਦੇ ਹਾਂ। ਇਹ ਕੀ ਆ, ਮੈਟ੍ਰਿਕਸ ਦਾ ਸਿੰਬਲ ਹੈ। ਠੀਕ ਹੈ, ਤਾਂ ਇਹ ਮੈਟ੍ਰਿਕਸ ਹੋ ਜਾਏਗੀ ਜਿਸ ਦੇ ਵਿੱਚ ਕੀ ਨੇ, ਐਮ ਹੋਰੀਜ਼ੋਨਟਲ ਲਾਈਨ ਨੇ। ਅਤੇ ਇੱਥੇ ਐਮ ਦੀ ਵੈਲਿਊ ਕਿੰਨੀ ਹੋਏਗੀ, ਕਿੰਨੀਆਂ ਨੇ ਹੋਰੀਜ਼ੋਨਟਲ ਲਾਈਨ ਦੇਖੋ 2, ਤਾਂ ਐਮ ਕੀ ਹੋ ਜਾਏਗੀ 2। ਫਿਰ ਕੀ ਨੇ, ਇਹ ਐਨ ਵਰਟੀਕਲ ਲਾਈਨਸ ਨੇ। ਠੀਕ ਹੈ, ਇਹ ਕੀ ਹੋ ਗਈਆਂ ਇਸ ਸਾਈਡ ਵਰਟੀਕਲ ਲਾਈਨਸ, ਜਿਨ੍ਹਾਂ ਨੂੰ ਕੀ ਬੋਲਾਂਗੇ ਆਪਾਂ ਕਾਲਮ ਬੋਲਾਂਗੇ। ਅਤੇ ਇਹ ਕਿੰਨੀਆਂ ਨੇ 1 2 3, ਤਾਂ ਐਨ ਦੀ ਵੈਲਿਊ ਕਿੰਨੀ ਹੋ ਜਾਏਗੀ 3। ਅਤੇ ਜਦੋਂ ਆਪਾਂ ਇਸ ਨੂੰ ਲਿਖਾਂਗੇ ਤਾਂ ਕੀ ਲਿਖਾਂਗੇ, ਐਮ ਕ੍ਰੋਸ ਐਨ ਲਿਖਦੇ ਹਾਂ। ਮੈਟ੍ਰਿਕਸ ਕੀ ਹੋਏਗੀ, ਐਮ ਕ੍ਰੋਸ ਐਨ ਮੈਟ੍ਰਿਕਸ। ਔਰ ਜਦੋਂ ਆਪਾਂ ਇਹਨੂੰ ਪ੍ਰਨਾਊਂਸ ਕਰਾਂਗੇ, ਬੋਲਾਂਗੇ ਤਾਂ ਕਿਵੇਂ ਬੋਲਾਂਗੇ, ਐਮ ਬਾਏ ਐਨ ਮੈਟ੍ਰਿਕਸ, ਐਮ ਬਾਏ ਐਨ ਮੈਟ੍ਰਿਕਸ। ਹੁਣ ਇੱਥੇ ਐਮ ਕਿੰਨੀ ਆ 2, ਐਨ ਕਿੰਨੀ ਆ 3, ਤਾਂ ਮੈਟ੍ਰਿਕਸ ਕੀ ਹੋਏਗੀ 2 ਬਾਏ 3। 2 ਰੋ ਨੇ ਇਸ ਦੀਆਂ, 2 ਰੋ ਨੇ, 3 ਕੀ ਨੇ ਕਾਲਮ, ਤਾਂ 2 ਬਾਏ 3 ਦੀ ਕੀ ਹੋ ਜਾਏਗੀ ਇਹ ਮੈਟ੍ਰਿਕਸ। ਇਹ ਕੀ ਆ ਗਿਆ, ਇਸ ਦਾ ਸਾਈਨ ਆ ਗਿਆ ਮੈਟ੍ਰਿਕਸ ਨੂੰ ਸ਼ੋਅ ਕਰਨ ਦਾ, ਜਿਸ ਨੂੰ ਆਪਾਂ ਜ਼ਿਆਦਾਤਰ ਬਸ ਇਹੀ ਯਾਦ ਰੱਖ ਲਓ ਤੁਸੀਂ ਕਿ ਇਸ ਤਰੀਕੇ ਦੇ ਨਾਲ ਕੀ ਆ ਆਪਾਂ ਸ਼ੋਅ ਕਰਦੇ ਹਾਂ। ਠੀਕ ਹੈ, ਤਾਂ ਇਹ ਹੁੰਦੀ ਆ ਆਪਣੇ ਕੋਲ ਮੈਟ੍ਰਿਕਸ। ਅੱਗੇ ਇਹਨੂੰ ਥੋੜ੍ਹਾ ਜਿਹਾ ਹੋਰ ਸਮਝਦੇ ਹਾਂ ਕਿ ਕੁਛ ਕੁ ਆਪਾਂ ਐਗਜ਼ਾਮਪਲਸ ਦੇਖ ਲੈਂਦੇ ਹਾਂ ਕਿ ਮੈਟ੍ਰਿਕਸ ਦੇ ਵਿੱਚ ਰੋ ਅਤੇ ਕਾਲਮ ਐਂਡ ਮੈਟ੍ਰਿਕਸ ਨੂੰ ਕਿਵੇਂ ਕੀ ਕੀਤਾ ਜਾਂਦਾ, ਪ੍ਰਨਾਊਂਸ ਕੀਤਾ ਜਾਂਦਾ, ਕਿਵੇਂ ਉਸ ਦਾ ਜਿਹੜਾ ਆਰਡਰ ਆ ਉਹ ਆਪਾਂ ਲਿਖਦੇ ਹਾਂ। ਠੀਕ ਹੈ ਨਾ, ਫੋਰ ਐਗਜ਼ਾਮਪਲ ਇਸ ਤਰੀਕੇ ਨਾਲ ਕੋਈ ਮੈਟ੍ਰਿਕਸ ਆ ਗਈ 1 0 5 6 7 8 2 1 3। ਠੀਕ ਹੈ, ਤਾਂ ਇਸ ਦੇ ਵਿੱਚ ਰੋ ਕਿੰਨੀਆਂ ਨੇ,
ਆ ਦੇਖੋ ਇਸ ਤਰੀਕੇ ਨਾਲ ਪਹਿਲਾਂ ਰੋ ਦੇਖੋ, ਪਹਿਲਾਂ ਰੋ ਦੇਖਣੀਆਂ ਨੇ ਬਾਅਦ 'ਚ ਕਾਲਮ। ਤਾਂ ਰੋ ਕਿੰਨੀਆਂ ਨੇ 3, ਇਸ ਤੋਂ ਬਾਅਦ ਕੀ ਆ ਇਸ ਤਰੀਕੇ ਨਾਲ ਕਾਲਮ ਦੇਖਾਂਗੇ, ਇਹ ਵੀ ਕਿੰਨੇ ਨੇ 3। ਤਾਂ ਮੈਟ੍ਰਿਕਸ ਦਾ ਆਰਡਰ ਕੀ ਹੋਏਗਾ 3/3। ਜਿਹੜੀ ਮੈਟ੍ਰਿਕਸ ਹੈ ਕਿੰਨੇ ਦੀ ਮੈਟ੍ਰਿਕਸ ਆ ਇਹ 3/3 ਦੀ ਮੈਟ੍ਰਿਕਸ ਆ। ਹੋਰ ਦੇਖਦੇ ਹਾਂ ਫੋਰ ਐਗਜ਼ਾਮਪਲ ਇਸ ਤਰੀਕੇ ਨਾਲ ਆ ਗਈ ਮੈਟ੍ਰਿਕਸ, ਠੀਕ ਹੈ, ਇਸ ਤਰੀਕੇ ਦੇ ਨਾਲ। ਤਾਂ ਹੁਣ ਇਸ ਦੇ ਵਿੱਚ ਰੋ ਕਿੰਨੀਆਂ ਨੇ 1 2 3 ਤੇ ਕਾਲਮ ਕਿੰਨਾ ਇਸ ਦੇ ਵਿੱਚ 1, ਠੀਕ ਹੈ। ਤਾਂ ਮੈਟ੍ਰਿਕਸ ਦਾ ਆਰਡਰ ਕੀ ਹੋਏਗਾ 3 ਰੋ 1 ਕਾਲਮ, ਠੀਕ ਹੈ। ਮਤਲਬ ਕੀ ਆ 3/1 ਦੀ ਮੈਟ੍ਰਿਕਸ ਆ ਇਹ। ਇਸ ਦਾ ਆਰਡਰ ਕੀ ਲਿਖਾਂਗੇ 3/1। ਹੋਰ ਦੇਖ ਲੈਂਦੇ ਹਾਂ ਕੋਈ ਐਗਜ਼ਾਮਪਲ। ਮੰਨ ਲਓ ਇਹੀ ਮੈਟ੍ਰਿਕਸ ਇਸ ਤਰੀਕੇ ਨਾਲ ਆਪਾਂ ਨੂੰ ਗਿਵਨ ਹੁੰਦੀ, ਤਾਂ ਇੱਥੇ ਰੋ ਕਿੰਨੀ ਆ 1, ਕਾਲਮ ਕਿੰਨੇ ਨੇ 3। ਤਾਂ ਮੈਟ੍ਰਿਕਸ ਦਾ ਆਰਡਰ ਕੀ ਆ ਜਾਏਗਾ 1/3, ਠੀਕ ਹੈ ਨਾ। 1/3 ਕੀ ਆ ਜਾਏਗਾ ਮੈਟ੍ਰਿਕਸ ਦਾ ਆਰਡਰ ਆ ਜਾਏਗਾ, ਠੀਕ ਹੈ। ਤਾਂ ਇਹ ਸੀ ਮੈਟ੍ਰਿਕਸ, ਕਿ ਮੈਟ੍ਰਿਕਸ ਆਪਣੇ ਕੋਲੇ ਕੋਈ ਗਿਵਨ ਆ ਉਸ ਦਾ ਆਰਡਰ ਲਿਖਣਾ ਤਾਂ ਆਪਾਂ ਕਿਵੇਂ ਕੀ ਆ ਲਿਖ ਸਕਦੇ ਹਾਂ। ਦੁਬਾਰਾ ਦੱਸ ਦਿੰਦਾ ਕਿ ਮੈਟ੍ਰਿਕਸ ਕੀ ਹੁੰਦੀ ਆ, ਇੱਕ ਮਤਲਬ ਕੀ ਆ ਸਿਸਟਮ ਆਫ ਅਰੇਂਜਮੈਂਟ ਆਫ ਨੰਬਰ ਹੁੰਦਾ। ਕਿਹੜੇ ਨੰਬਰ ਦਾ n ਨੰਬਰਸ ਦਾ, ਜਿਸ ਦੇ ਵਿੱਚ m ਕੀ ਹੁੰਦੀਆਂ ਨੇ ਰੋਜ਼, ਨੰਬਰ ਆਫ ਰੋਜ਼ ਕਿੰਨੀਆਂ ਨੇ, n ਡਿਨੋਟ ਕੀਤਾ ਜਾਂਦਾ ਕਾਲਮ ਦੇ ਲਈ, ਕਿ ਕਾਲਮ ਕਿੰਨੇ ਨੇ ਉਸ ਮੈਟ੍ਰਿਕਸ ਦੇ ਵਿੱਚ। ਤਾਂ ਉਸ ਨੂੰ ਜਦੋਂ ਆਪਾਂ m×n ਲਿਖਦੇ ਹਾਂ ਤਾਂ ਉਹ ਕੀ ਬਣ ਜਾਂਦਾ ਉਸ ਦਾ ਆਰਡਰ, ਠੀਕ ਹੈ ਨਾ। ਤਾਂ ਕੁਛ ਕੀ ਆ ਮੈਟ੍ਰਿਕਸ ਤੁਸੀਂ ਆਪਣੇ ਕੋਲੋਂ ਬਣਾ ਕੇ ਉਹਨਾਂ ਦਾ ਆਰਡਰ ਕੀ ਆ ਫਾਈਂਡ ਆਊਟ ਕਰਨ ਦੀ ਕੋਸ਼ਿਸ਼ ਕਰੋ। ਇਸ ਤੋਂ ਬਾਅਦ ਆਪਾਂ ਚੱਲਦੇ ਹਾਂ ਆਪਣੀ ਸੈਕੰਡ ਪਾਰਟ ਦੇ ਉੱਪਰ, ਜਿਸ ਦੇ ਵਿੱਚ ਆਪਾਂ ਦੇਖਦੇ ਹਾਂ ਫਿਰ ਕਿ ਟਾਈਪਸ ਆਫ ਮੈਟ੍ਰਿਕਸ ਕਿਹੜੀਆਂ-ਕਿਹੜੀਆਂ ਹੁੰਦੀਆਂ ਨੇ, ਠੀਕ ਹੈ। ਓਕੇ, ਸੋ ਟਾਈਪਸ ਆਫ ਮੈਟ੍ਰਿਕਸ ਦੇ ਵਿੱਚ ਕੀ ਆ, ਇਹ ਮੈਟ੍ਰਿਕਸ ਦੀ ਕੀ ਹੁੰਦੀਆਂ ਨੇ ਟਾਈਪਸ ਹੁੰਦੀਆਂ ਨੇ, ਜਿਸ ਦੇ ਵਿੱਚ ਫਸਟ ਆ ਜਾਂਦੀ ਹੈ ਰੈਕਟੈਂਗੂਲਰ ਮੈਟ੍ਰਿਕਸ, ਉਸ ਤੋਂ ਬਾਅਦ ਆ ਜਾਂਦੀ ਹੈ ਸਕੁਆਇਰ, ਫਿਰ ਰੋ ਮੈਟ੍ਰਿਕਸ, ਕਾਲਮ ਮੈਟ੍ਰਿਕਸ, ਇਸ ਤੋਂ ਬਾਅਦ ਡਾਇਗਨਲ, ਸਕੇਲਰ, ਆਇਡੈਂਟੀਟੀ, ਜ਼ੀਰੋ ਔਰ ਨਲ ਮੈਟ੍ਰਿਕਸ, ਐਂਡ ਲਾਸਟ ਤੇ ਆ ਜਾਂਦੀ ਹੈ ਟ੍ਰਾਇੰਗੂਲਰ ਮੈਟ੍ਰਿਕਸ। ਸੋ ਇਕੱਲੇ ਮੈਟ੍ਰਿਕਸ ਨੂੰ ਆਪਾਂ ਦੇਖਦੇ ਹਾਂ ਕਿ ਕਿਹੜੀ ਮੈਟ੍ਰਿਕਸ ਨੂੰ ਮਤਲਬ ਕੀ ਹੁੰਦੀ ਆ। ਤਾਂ ਫਸਟ ਆ ਜਾਂਦੀ ਹੈ ਰੈਕਟੈਂਗੂਲਰ ਮੈਟ੍ਰਿਕਸ। ਦੇਖੋ ਰੈਕਟੈਂਗੂਲਰ ਮੈਟ੍ਰਿਕਸ ਕੀ ਹੁੰਦੀ ਆ ਕਿ ਕੋਈ ਵੀ ਮੈਟ੍ਰਿਕਸ ਜਿਸ ਦਾ ਆਰਡਰ ਹੋਏਗਾ m×n, ਬਟ ਉਸ ਦੇ ਵਿੱਚ m ਨੋਟ ਇਕੁਅਲ ਹੋਵੇ n ਦੇ, m ਤੇ n ਇਕੁਅਲ ਨਾ ਹੋਣ। ਤੇ ਜਿਹੜੀ ਸਕੁਆਇਰ ਮੈਟ੍ਰਿਕਸ ਆ, ਕਿਉਂਕਿ ਆਪਾਂ ਇਹਨਾਂ ਨੂੰ ਕੰਪੇਅਰ ਕਰਕੇ ਸਿੱਖਦੇ ਹਾਂ, ਫਿਰ ਕੀ ਆ ਜਲਦੀ ਆਪਾਂ ਨੂੰ ਸਮਝ ਆਏਗਾ। ਜਿਹੜੀ ਸਕੁਆਇਰ ਮੈਟ੍ਰਿਕਸ ਹੁੰਦੀ ਆ ਇਸ ਦੇ ਵਿੱਚ ਵੀ ਕੀ ਹੁੰਦਾ ਗਾ ਆਰਡਰ m/n ਦਾ ਹੋਊਗਾ ਮੈਟ੍ਰਿਕਸ ਦਾ, ਬਟ ਇਸ ਦੇ ਵਿੱਚ ਕੀ ਹੋਏਗਾ m = n ਹੋਏਗਾ। ਕਿਵੇਂ ਦੇਖੋ ਫੋਰ ਐਗਜ਼ਾਮਪਲ ਕਿ ਕੋਈ ਮੈਟ੍ਰਿਕਸ ਆ ਜਿਵੇਂ 1 2 3 4 5 6, ਇਸ ਦੇ ਵਿੱਚ m ਕਿੰਨੀ ਹੋਏਗੀ, ਮਤਲਬ ਰੋ ਕਿੰਨੀਆਂ ਨੇ 2, ਕਾਲਮ ਕਿੰਨੇ ਨੇ 3। ਤਾਂ ਮੈਟ੍ਰਿਕਸ ਦਾ ਆਰਡਰ ਕੀ ਆ 2/3, 2/3। ਤਾਂ m ਤੇ n ਦੇਖੋ ਇਕੁਅਲ ਨਹੀਂ ਨਾ, m ਤੇ n ਇਕੁਅਲ ਨਹੀਂ, ਤਾਂ ਮਤਲਬ ਇਹ ਕਿਹੜੀ ਮੈਟ੍ਰਿਕਸ ਆ ਰੈਕਟੈਂਗੂਲਰ ਮੈਟ੍ਰਿਕਸ ਆ, ਠੀਕ ਹੈ। ਇਸ ਤਰੀਕੇ ਦੇ ਨਾਲ 3/2 ਦੀ ਮੈਟ੍ਰਿਕਸ ਆ ਗਈ, 2/3 ਦੀ ਆ ਗਈ, 4/2 ਦੀ ਆ ਗਈ, 2/4 ਦੀ ਆ ਗਈ, ਠੀਕ ਹੈ ਨਾ, 4/3 ਦੀ ਆ ਗਈ, 3/4 ਦੀ ਆ ਗਈ। ਇਸ ਤਰੀਕੇ ਦੇ ਨਾਲ ਕੋਈ ਵੀ ਮੈਟ੍ਰਿਕਸ ਇਸ ਤਰੀਕੇ ਦੇ ਨਾਲ ਜੇ ਗਿਵਨ ਆ ਤਾਂ ਉਹ ਕਿਹੜੀ ਮੈਟ੍ਰਿਕਸ ਹੋਏਗੀ ਰੈਕਟੈਂਗੂਲਰ ਮੈਟ੍ਰਿਕਸ। ਕਲੀਅਰ ਹੈ, ਦੇਖੋ ਬਿਲਕੁਲ ਈਜ਼ੀ ਆ ਕਿ ਬਸ ਜਿਸ ਦੇ ਵਿੱਚ ਰੋ ਤੇ ਕਾਲਮ ਕੀ ਆ ਇਕੁਅਲ ਨਾ ਹੋਣ, ਨੰਬਰ ਆਫ ਰੋਜ਼ ਐਂਡ ਨੰਬਰ ਆਫ ਕਾਲਮਸ ਉਹ ਇਕੁਅਲ ਨਾ ਹੋਣ, ਤਾਂ ਉਸ ਮੈਟ੍ਰਿਕਸ ਨੂੰ ਕੀ ਕਹਾਂਗੇ ਆਪਾਂ ਰੈਕਟੈਂਗੂਲਰ ਮੈਟ੍ਰਿਕਸ। ਫਿਰ ਇਸ ਤੋਂ ਬਾਅਦ ਆ ਜਾਏਗੀ ਸਕੁਆਇਰ ਮੈਟ੍ਰਿਕਸ। ਸਕੁਆਇਰ ਦੇ ਵਿੱਚ ਕੀ ਹੋਏਗਾ m ਤੇ n ਹੋਣਗੇ ਇਕੁਅਲ। ਫੋਰ ਐਗਜ਼ਾਮਪਲ ਕਿ ਮੈਟ੍ਰਿਕਸ ਇਸ ਤਰੀਕੇ ਦੇ ਨਾਲ ਗਿਵਨ ਹੁੰਦੀ, ਠੀਕ ਹੈ, ਇਸ ਤਰੀਕੇ ਦੇ ਨਾਲ, ਜਿਸ ਦੇ ਵਿੱਚ ਰੋ ਵੀ ਕਿੰਨੀਆਂ ਨੇ ਇਸ ਦੀਆਂ 2 ਐਂਡ ਕਾਲਮ ਵੀ ਕਿੰਨੇ ਨੇ 2, ਤਾਂ ਉਹ ਆਪਾਂ ਬੋਲਾਂਗੇ ਸਕੁਆਇਰ ਮੈਟ੍ਰਿਕਸ, ਠੀਕ ਹੈ। ਫੋਰ ਐਗਜ਼ਾਮਪਲ ਕਿ ਆਪਣੇ ਕੋਲ ਸਕੁਆਇਰ ਮੈਟ੍ਰਿਕਸ ਕਿਹੜੀ ਹੁੰਦੀ ਹੈ 2/2 ਮੈਟ੍ਰਿਕਸ, 3/3 ਮੈਟ੍ਰਿਕਸ, 4/4 ਮੈਟ੍ਰਿਕਸ। ਜ਼ਿਆਦਾਤਰ ਆਪਾਂ ਇਹ ਹੀ ਕਰਦੇ ਹੁੰਦੇ ਹਾਂ 2/2 ਮੈਟ੍ਰਿਕਸ ਔਰ 3/3 ਮੈਟ੍ਰਿਕਸ, ਠੀਕ ਹੈ। ਇਕੱਲਾ 1 ਹੋਇਆ ਇਸ ਤਰੀਕੇ ਦੇ ਨਾਲ, ਜਾਂ ਕਹਿ ਲਓ ਇੱਕ ਹੀ ਐਲੀਮੈਂਟ ਹੋਇਆ ਇਸ ਦੇ ਵਿੱਚ, ਤਾਂ ਉਹ ਵੀ ਇੱਕ ਹੋਏਗੀ ਸਕੁਆਇਰ ਮੈਟ੍ਰਿਕਸ, ਬਿਕੋਜ਼ ਉਸ ਦਾ ਕੀ ਆ 1 ਹੀ ਕਾਲਮ ਆ, 1 ਕੀ ਆ ਉਸਦੀ ਰੋ, ਠੀਕ ਹੈ। ਤਾਂ ਰੈਕਟੈਂਗੂਲਰ ਤੇ ਸਕੁਆਇਰ ਦਾ ਕਲੀਅਰ ਹੋ ਗਿਆ। ਇਸ ਤੋਂ ਬਾਅਦ ਚੱਲਦੇ ਹਾਂ ਆਪਾਂ ਰੋ ਮੈਟ੍ਰਿਕਸ ਐਂਡ ਕਾਲਮ ਮੈਟ੍ਰਿਕਸ। ਜੇ ਕਿਸੇ ਵੀ ਮੈਟ੍ਰਿਕਸ ਦੀ ਰੋ ਕੀ ਹੋਵੇ 1, ਮਤਲਬ m ਦੀ ਵੈਲਿਊ ਕੀ ਹੋਏ 1, n ਕੀ ਹੋਏਗੀ n ਕੁਛ ਵੀ ਹੋਏਗੀ, ਤਾਂ ਉਸ ਨੂੰ ਬੋਲਾਂਗੇ ਆਪਾਂ ਰੋ ਮੈਟ੍ਰਿਕਸ। ਕਾਲਮ ਦੇ ਵਿੱਚ ਕੀ ਕਰ ਦਿਓ ਉਲਟ ਕਰ ਦਿਓ, m ਦੀ ਵੈਲਿਊ ਹੋਏਗੀ ਬਟ n ਕੀ ਹੋਏਗੀ 1, ਠੀਕ ਹੈ। ਤਾਂ ਇਹਨਾਂ ਨੂੰ ਆਪਾਂ ਕੀ ਸਮਝਦੇ ਹਾਂ, ਦੇਖੋ ਐਗਜ਼ਾਮਪਲਸ ਦੇ ਨਾਲ ਸਮਝਦੇ ਹਾਂ।
कि फॉर एग्जांपल वो मैट्रिक्स जिस दे विच रो की है 1, मतलब इस तरीके नाल कोई मैट्रिक्स गिवन आ, देखो जिस दी रो कितनी है 1 बट कॉलम कितने ने इस दे 3, ਤਾਂ ਇਸ ਦੀ ਜੇ ਐਗਜ਼ਾਮਪਲ ਕਰਨੀ ਹੋਵੇ ਤਾਂ ਕਿਹੜੀ ਆ ਜਾਏਗੀ, ਮੰਨ ਲਓ 1/3 ਦੀ ਮੈਟ੍ਰਿਕਸ ਆ, 1/2 ਦੀ ਮੈਟ੍ਰਿਕਸ, 1/4 ਦੀ ਮੈਟ੍ਰਿਕਸ। ਇਸ ਤਰੀਕੇ ਨਾਲ ਇਹ ਕੀ ਹੋ ਗਈਆਂ, ਇਸ ਦੀਆਂ ਐਗਜ਼ਾਮਪਲਸ ਹੋ ਗਈਆਂ। ਤਾਂ ਉਸ ਮੈਟ੍ਰਿਕਸ ਨੂੰ ਕੀ ਬੋਲਾਂਗੇ ਆਪਾਂ, ਰੋ ਮੈਟ੍ਰਿਕਸ ਬੋਲਾਂਗੇ। ਇਸ ਤੋਂ ਬਾਅਦ ਚੱਲਦੇ ਹਾਂ ਕਾਲਮ ਮੈਟ੍ਰਿਕਸ। ਕਾਲਮ ਮੈਟ੍ਰਿਕਸ ਦੇ ਵਿੱਚ ਕੀ ਹੋ ਜਾਏਗਾ, ਉਲਟ ਹੋ ਜਾਏਗਾ। ਮੰਨ ਲਓ ਇਸ ਤਰੀਕੇ ਦੇ ਨਾਲ 1 2 3, ਜਿਸ ਦੇ ਵਿੱਚ ਕਾਲਮ ਕਿੰਨੇ ਨੇ 3, ਰੋ ਕਿੰਨੀਆਂ ਨੇ, ਸੌਰੀ ਰੋ ਕਿੰਨੀਆਂ ਨੇ 3, ਕਾਲਮ ਕਿੰਨੇ ਨੇ 1। ਮਤਲਬ ਇਸੇ ਨੂੰ ਜੇ ਆਪਾਂ ਇੰਟਰਚੇਂਜ ਕਰ ਦਈਏ ਇੱਥੇ ਕਿ 3/1 2/1 4/1, ਇਸ ਤਰੀਕੇ ਨਾਲ ਜੇ ਕੋਈ ਵੀ ਮੈਟ੍ਰਿਕਸ ਗਿਵਨ ਆ ਤਾਂ ਉਸ ਨੂੰ ਕੀ ਬੋਲਾਂਗੇ ਆਪਾਂ, ਕਾਲਮ ਮੈਟ੍ਰਿਕਸ। ਦੇਖੋ 4 ਹੋ ਗਿਆ ਨਾ। ਰੈਕਟੈਂਗੂਲਰ ਪੜ੍ਹ ਲਈ ਪਹਿਲਾਂ, ਜਿਸ ਦੇ ਵਿੱਚ ਕੀ ਆ ਰੋ ਤੇ ਕਾਲਮ ਇਕੁਅਲ ਨਹੀਂ ਹੋਣੇ ਚਾਹੀਦੇ, ਸਕੁਏਅਰ ਦੇ ਵਿੱਚ ਇਕੁਅਲ ਹੋਣਗੇ। ਰੋ ਦੇ ਵਿੱਚ ਰੋ ਮੈਟ੍ਰਿਕਸ ਦੇ ਵਿੱਚ ਰੋ 1 ਹੋਊਗੀ, ਕਾਲਮ ਮੈਟ੍ਰਿਕਸ ਦੇ ਵਿੱਚ ਕਾਲਮ ਕੀ ਹੋਏਗਾ 1 ਹੋਏਗਾ। ਇਸ ਤੋਂ ਬਾਅਦ ਕਰਦੇ ਹਾਂ ਆਪਾਂ ਨੈਕਸਟ ਪਾਰਟ ਜੋ ਕਿ ਹੋਏਗਾ ਡਾਇਗਨਲ। ਇੰਨਾ ਕੁ ਤੁਸੀਂ ਇਸ ਨੂੰ ਕੀ ਆ ਐਜ਼ ਇਟ ਇਜ਼ ਨੋਟ ਕਰ ਲਿਓ ਤਾਂ ਕਿ ਤੁਹਾਨੂੰ ਕੀ ਆ ਨੋਟਸ ਵੀ ਨਾਲ ਨਾਲ ਤੁਹਾਡੇ ਜਿਹੜੇ ਬਣ ਜਾਣਗੇ, ਠੀਕ ਹੈ। ਇਸ ਤੋਂ ਬਾਅਦ ਆ ਜਾਏਗੀ ਡਾਇਗਨਲ ਮੈਟ੍ਰਿਕਸ। ਡਾਇਗਨਲ ਮੈਟ੍ਰਿਕਸ ਕੀ ਹੁੰਦਾ, ਦੇਖੋ ਕਿਸੇ ਵੀ ਮੈਟ੍ਰਿਕਸ ਦੇ ਡਾਇਗਨਲ ਕੀ ਹੁੰਦੇ ਨੇ, 2 ਟਾਈਪ ਦੇ ਹੁੰਦੇ ਨੇ। ਮੰਨ ਲਓ ਫੋਰ ਐਗਜ਼ਾਮਪਲ ਇੱਦਾਂ ਦੀ ਕੋਈ ਵੀ ਮੈਟ੍ਰਿਕਸ ਗਿਵਨ ਆ 0 4 5 7 8 9, ਕੋਈ ਵੀ ਮੈਟ੍ਰਿਕਸ ਲੈ ਲਈ ਆਪਾਂ ਨੇ, ਤਾਂ ਇਸ ਦੇ ਜਿਹੜੇ ਇਹ ਐਲੀਮੈਂਟ ਹੋਣਗੇ, ਠੀਕ ਹੈ ਨਾ, ਇਹ ਐਲੀਮੈਂਟ ਇਸ ਨੂੰ ਕੀ ਬੋਲਾਂਗੇ, ਇਸ ਦੇ ਡਾਇਗਨਲ ਬੋਲਾਂਗੇ, ਠੀਕ ਹੈ। ਇਸ ਦੇ ਹੁਣ ਡਾਇਗਨਲ 2 ਬਣ ਜਾਂਦੇ ਆ, ਇੱਕ ਇਹ ਬਣ ਗਿਆ, ਇੱਕ ਇਹ ਬਣ ਗਿਆ, ਠੀਕ ਹੈ। ਬਟ ਆਪਾਂ ਕੀ ਆ ਇਸ ਡਾਇਗਨਲ ਨੂੰ ਕੰਸੀਡਰ ਨਹੀਂ ਕਰਦੇ, ਆਪਾਂ ਇਸੇ ਡਾਇਗਨਲ ਨੂੰ ਕੀ ਕਹਿ ਦਿੰਦੇ ਆ, ਪ੍ਰਿੰਸੀਪਲ ਡਾਇਗਨਲ। ਪ੍ਰਿੰਸੀਪਲ ਡਾਇਗਨਲ। ਅਤੇ ਜਦੋਂ ਵੀ ਡਾਇਗਨਲ ਮੈਟ੍ਰਿਕਸ ਦੀ ਗੱਲ ਹੋਏਗੀ ਤਾਂ ਆਪਾਂ ਸਿਰਫ ਇਹੀ ਡਾਇਗਨਲ ਨੂੰ ਕੀ ਕਰਾਂਗੇ, ਕੰਸੀਡਰ ਕਰਾਂਗੇ, ਇਹੀ ਡਾਇਗਨਲ ਨੂੰ ਕੀ ਲੈ ਕੇ ਚੱਲਾਂਗੇ, ਠੀਕ ਹੈ। ਤਾਂ ਕੋਈ ਵੀ ਮੈਟ੍ਰਿਕਸ ਜਿਸ ਦੇ ਕੀ ਹੋਣਗੇ I not equal to J ਐਲੀਮੈਂਟ, ਇਹ ਮੈਂ ਦੱਸਦਾ ਕੀ ਹੁੰਦੇ ਆ। I not J, ਉਹ ਸਾਰੇ ਐਲੀਮੈਂਟ ਕੀ ਹੋਣਗੇ, ਇਕੁਅਲ ਟੂ 0 ਹੋਣਗੇ, ਠੀਕ ਹੈ। ਮਤਲਬ ਇਹਨੂੰ ਮੈਂ ਥੋੜ੍ਹਾ ਜਿਹਾ ਐਕਸਪਲੇਨ ਕਰ ਦਿੰਦਾ ਤੁਹਾਨੂੰ ਕਿ I ਅਤੇ J ਇਕੁਅਲ ਨਾ ਹੋਣ, ਉਹ ਐਲੀਮੈਂਟ ਕੀ ਹੋਣਗੇ 0 ਹੋਣਗੇ। ਬਸ ਇਕੱਲੇ ਜਿਹੜੇ I jth ਐਲੀਮੈਂਟ ਨੇ ਉਹਨਾਂ ਦੀ ਕੋਈ ਨਾ ਕੋਈ ਵੈਲਿਊ ਹੋਊਗੀ। ਕਿਵੇਂ, ਦੇਖੋ ਇਸ ਨੂੰ ਆਪਾਂ ਕੀ ਦੇਖਦੇ ਹਾਂ, ਪਹਿਲਾਂ ਮੈਟ੍ਰਿਕਸ ਬਣਦੀ ਕਿਵੇਂ ਆ। ਦੇਖੋ ਮੈਟ੍ਰਿਕਸ ਦੇ ਵਿੱਚ ਕੋਈ ਵੀ ਜਿਹੜਾ ਐਲੀਮੈਂਟ ਹੁੰਦੇ ਨੇ ਉਹਨਾਂ ਨੂੰ ਕਿਵੇਂ ਆਪਾਂ ਕੀ ਕਰਦੇ ਹਾਂ, ਲੈ ਕੇ ਚੱਲਦੇ ਹਾਂ, ਮਤਲਬ ਬਣਾਉਂਦੇ ਕਿਵੇਂ ਮੈਟ੍ਰਿਕਸ। ਓਕੇ, ਦੇਖੋ ਕੋਈ ਵੀ ਮੈਟ੍ਰਿਕਸ ਬਣਾਈ ਕਿਵੇਂ ਜਾਂਦੀ ਆ। ਫੋਰ ਐਗਜ਼ਾਮਪਲ ਇੱਥੇ ਮੈਟ੍ਰਿਕਸ ਦਾ ਜਿਹੜਾ ਫਸਟ ਐਲੀਮੈਂਟ ਹੋਏਗਾ ਉਸ ਨੂੰ ਆਪਾਂ ਲਿਖਦੇ ਹੁੰਦੇ ਹਾਂ A1 1। 1 ਦਾ ਮਤਲਬ ਕੀ ਆ, ਫਸਟ ਰੋ ਦਾ ਫਸਟ ਕਾਲਮ। ਇੱਥੇ I ਆ ਜਿਹੜਾ ਇਹ ਰੋ ਨੂੰ ਡਿਨੋਟ ਕਰਦਾ ਕਿ ਕਿੰਨਵੀਂ ਰੋ ਦੇ ਵਿੱਚ ਆਪਾਂ ਚੱਲ ਰਹੇ ਹਾਂ। J ਕੀ ਡਿਨੋਟ ਕਰਦਾ, ਕਾਲਮ ਨੂੰ, ਠੀਕ ਹੈ। ਤਾਂ A11 ਐਲੀਮੈਂਟ ਦਾ ਮਤਲਬ ਕੀ ਹੈ, ਇਹ ਜਿਹੜਾ ਐਲੀਮੈਂਟ ਆ ਉਹ ਫਸਟ ਰੋ ਦਾ ਅਤੇ ਫਸਟ ਕਾਲਮ ਦਾ ਐਲੀਮੈਂਟ ਆ। ਇਸ ਤੋਂ ਬਾਅਦ ਆਪਾਂ ਸੈਕਿੰਡ 'ਤੇ ਆ ਗਏ। ਹੁਣ ਇੱਥੇ ਰੋ ਤਾਂ ਦੇਖੋ ਫਸਟ ਆ ਬਟ ਕਾਲਮ ਕੀ ਹੋ ਗਿਆ, ਸੈਕਿੰਡ ਹੋਏਗਾ। ਇਸ ਤੋਂ ਬਾਅਦ ਕੀ ਆ ਆਪਣੇ ਕੋਲ, A ਰੋ ਤਾਂ ਫਿਰ ਫਸਟ ਆ ਬਟ ਕਾਲਮ ਕੀ ਹੋ ਗਿਆ, ਥਰਡ ਹੋ ਗਿਆ। ਇਸ ਤੋਂ ਬਾਅਦ ਇਸੇ ਤਰੀਕੇ ਨਾਲ ਜੇ ਆਪਾਂ ਇਸ ਨੂੰ ਲੈ ਕੇ ਚੱਲੀਏ ਤਾਂ A ਕੀ ਹੋ ਗਿਆ, ਮਤਲਬ ਇੱਥੇ 1 ਆਏਗਾ ਬਿਕੋਜ਼ ਰੋ ਹਾਲੇ ਵੀ 1 ਹੀ ਚੱਲ ਰਹੀ ਆ, ਬਟ ਜਿਹੜਾ ਕਾਲਮ ਆ ਉਹ ਫੋਰ ਐਗਜ਼ਾਮਪਲ ਆਪਾਂ ਨੇ ਲੈਟ ਕਰ ਲਿਆ J ਹੋ ਗਿਆ, ਠੀਕ ਹੈ। ਇਸ ਤੋਂ ਬਾਅਦ ਇਹਨੂੰ ਸੋ ਔਨ ਚੱਲਦਾ ਗਿਆ ਅਤੇ ਲਾਸਟ 'ਤੇ ਜਿਹੜਾ ਇਹ ਮੰਨ ਲਓ ਇਸ ਮੈਟ੍ਰਿਕਸ ਦੀਆਂ ਕਿੰਨੀਆਂ ਰੋ ਨੇ, ਠੀਕ ਹੈ, M ਰੋ ਨੇ, ਸੌਰੀ M ਨਹੀਂ, ਇੱਥੇ ਜਿਹੜਾ 1 2 3 ਆ ਇਹ ਕੀ ਆ, ਕਾਲਮ ਚੇਂਜ ਹੋ ਰਿਹਾ, ਰੋ ਤਾਂ ਚੇਂਜ ਹੋ ਨਹੀਂ ਨਾ ਰਹੀ। ਰੋ ਤਾਂ ਦੇਖੋ ਇੱਥੇ ਵੀ 1 ਆ, ਇੱਥੇ ਵੀ 1, ਇੱਥੇ ਵੀ 1, ਇੱਥੇ ਵੀ 1 ਨਾਲ J ਆ ਗਿਆ, J ਬਿਕੋਜ਼ ਕੀ ਆ ਕਾਲਮ, ਤਾਂ ਇੱਥੇ ਜਾ ਕੇ 1 ਕੀ ਹੋ ਜਾਏਗਾ N, ਮਤਲਬ ਇਹ ਕੀ ਆ ਗਈ ਆਪਣੇ ਕੋਲ nth ਕਾਲਮ ਆ ਗਿਆ, nth ਕਾਲਮ ਆ ਗਿਆ। ਆ jth ਕਾਲਮ ਸੀ, ਇਵੇਂ ਚੱਲਦਾ ਰਿਹਾ ਇਹ। ਇਸ ਤੋਂ ਬਾਅਦ ਕੀ ਆ ਗਿਆ nth ਕਾਲਮ। ਫਿਰ ਸੈਕਿੰਡ ਰੋ ਦੇ ਵਿੱਚ ਚਲੇ ਗਏ। ਸੈਕਿੰਡ ਰੋ ਦੇ ਵਿੱਚ ਕੀ ਆ, ਫਸਟ ਕਾਲਮ। ਸੈਕਿੰਡ ਰੋ ਦੇ ਵਿੱਚ ਸੈਕਿੰਡ ਕਾਲਮ। ਸੈਕਿੰਡ ਰੋ ਦੇ ਵਿੱਚ ਥਰਡ ਕਾਲਮ, ਇਵੇਂ ਇਵੇਂ ਚੱਲਦਾ ਗਿਆ। ਫਿਰ ਕੀ ਆ ਸੈਕਿੰਡ ਰੋ ਦੇ ਵਿੱਚ jth ਕਾਲਮ। ਫਿਰ ਕੀ ਆ ਜਾਏਗਾ ਆਪਣੇ ਕੋਲ ਸੈਕਿੰਡ ਰੋ ਦੇ ਵਿੱਚ nth ਕਾਲਮ, ਠੀਕ ਹੈ। ਫਿਰ ਕੀ ਚੱਲਾ ਗਿਆ A31 A32 A33। ਇਸ ਤੋਂ ਬਾਅਦ ਕੀ ਆ ਗਿਆ A3J ਐਂਡ A34 A35 A36 A37 A38 A39 A40 A41 A42 A43 A44 A45 A46 A47 A48 A49 A50 A51 A52 A53 A54 A55 A56 A57 A58 A59 A60 A61 A62 A63 A64 A65 A66 A67 A68 A69 A70 A71 A72 A73 A74 A75 A76 A77 A78 A79 A80 A81 A82 A83 A84 A85 A86 A87 A88 A89 A90 A91 A92 A93 A94 A95 A96 A97 A98 A99 A100 A101 A102 A103 A104 A105 A106 A107 A108 A109 A110 A111 A112 A113 A114 A115 A116 A117 A118 A119 A120 A121 A122 A123 A124 A125 A126 A127 A128 A129 A130 A131 A132 A133 A134 A135 A136 A137 A138 A139 A140 A141 A142 A143
3n। ਠੀਕ ਹੈ, ਇਸ ਤਰੀਕੇ ਦੇ ਨਾਲ ਕੀ ਆਪਾਂ ਜਦੋਂ ਇਸ ਨੂੰ ਚਲਾਈ ਜਾਵਾਂਗੇ, ਅੱਗੇ ਅੱਗੇ ਚਲਾਈ ਜਾਵਾਂਗੇ ਤਾਂ ਐਂਡ ਦੇ ਕੀ ਆ ਜਾਏਗਾ ਇੱਥੇ a ਆਪਣੇ ਕੋਲ 3 ਤੋਂ ਬਾਅਦ ਕੀ ਚਲਾ ਗਿਆ, ਇਹ i ਦੀ ਵੈਲਿਊ ਆ ਜਾਏਗੀ ਨਾ i1, ਫਿਰ ਕੀ ਆ ਜਾਏਗਾ i2, ਫਿਰ ਕੀ ਆ ਜਾਏਗਾ i3। ਇਹਨੂੰ ਤੁਸੀਂ ਖੁਦ ਬਣਾ ਕੇ ਦੇਖ ਲਿਓ, ਮੈਥ ਦੇ ਉੱਪਰ ਵੀ ਇਹ ਕੀ ਆ ਬਣਿਆ ਹੋਇਆ ਟੇਬਲ। ਇਸ ਤੋਂ ਬਾਅਦ ਕੀ ਆ, ਇਹ ਆਪਣੇ ਕੋਲ ਕੀ ਆ ਇੱਥੇ ij ਐਲੀਮੈਂਟ ਆ ਜਾਏਗਾ, ਬਿਕੋਜ਼ ਇਸ ਤਰੀਕੇ ਦੇ ਨਾਲ ਚੱਲਦੇ ਚੱਲਦੇ ਇੱਥੇ ਇੱਕ ਐਲੀਮੈਂਟ ਆਏਗਾ ij। ਠੀਕ ਹੈ, ਇਸ ਤੋਂ ਬਾਅਦ ਕੀ ਆ ਦੇਖੋ ain। ਠੀਕ ਹੈ, ਇਸ ਤੋਂ ਬਾਅਦ ਚੱਲਦੇ ਚੱਲਦੇ ਇਹ ਸੌਰੀ m 'ਤੇ ਚਲੇ ਜਾਵਾਂਗੇ। ਇਸ ਤੋਂ ਬਾਅਦ ਆਪਾਂ ਇਸ ਤੋਂ ਬਾਅਦ ਕਿੱਥੇ ਚਲੇ ਜਾਵਾਂਗੇ, m ਦੇ ਉੱਪਰ ਕਿ am1, ਜਿਵੇਂ ਇੱਥੇ 1n ਆ ਰਿਹਾ ਨਾ 2n ਆ ਰਿਹਾ, ਇੱਥੇ ਕੀ ਚਲਿਆ ਜਾਏਗਾ am1, am2, am3। ਇਸ ਤੋਂ ਬਾਅਦ ਕੀ ਆ ਜਾਏਗਾ amj ਐਂਡ ਲਾਸਟ 'ਤੇ ਆ ਜਾਏਗਾ amn, ਜਿੰਨਾ ਇਸ ਦਾ ਆਰਡਰ ਹੋਏਗਾ। ਇਹ ਇਸ ਦੀ ਇੱਕ ਕੀ ਬਣ ਗਈ, ਜਨਰਲ ਫੋਰਮ ਬਣ ਗਈ। ਠੀਕ ਹੈ, ਆਪਾਂ ਇਸ ਨੂੰ ਜੇ ਜਨਰਲਾਈਜ਼ ਕਰਨਾ ਹੋਵੇ ਮੈਟ੍ਰਿਕਸ ਨੂੰ ਤਾਂ ਇਸ ਤਰੀਕੇ ਦੇ ਨਾਲ ਆਪਾਂ ਕਰ ਸਕਦੇ ਹਾਂ। ਠੀਕ ਹੈ, ਇਹ ਹੋ ਸਕਦਾ ਤੁਹਾਨੂੰ ਹਾਲੇ ਸਮਝ ਨਾ ਆਵੇ, ਬਟ ਜੇ ਤੁਸੀਂ ਇਸ ਨੂੰ ਖੁਦ ਟਰਾਈ ਕਰੋਗੇ ਮੈਟ੍ਰਿਕਸ ਨੂੰ ਥੋੜ੍ਹਾ ਬਹੁਤ ਸਮਝਣ ਤੋਂ ਬਾਅਦ, ਜਦੋਂ ਤੁਹਾਨੂੰ ਮੈਟ੍ਰਿਕਸ ਦੀ ਰੋ ਐਂਡ ਕਾਲਮ ਦਾ ਪਤਾ ਲੱਗ ਗਿਆ, ਮੈਟ੍ਰਿਕਸ ਦਾ ਨੇਮ ਲਿਖਣਾ ਆ ਗਿਆ ਕਿ ਕਿਵੇਂ ਮੈਟ੍ਰਿਕਸ ਦਾ ਨੇਮ ਲਿਖਦੇ ਆ, ਉਸ ਤੋਂ ਬਾਅਦ ਕੀ ਆ ਇਸ ਨੂੰ ਜੇ ਤੁਸੀਂ ਕਰਕੇ ਦੇਖੋਗੇ ਤਾਂ ਤੁਹਾਨੂੰ ਕੀ ਆ ਇਹ ਕਲੀਅਰਲੀ ਜਿਹੜਾ ਸਮਝ ਆ ਜਾਏਗਾ। ਠੀਕ ਹੈ, ਅਤੇ ਜੇ ਨਹੀਂ ਸਮਝ ਆਇਆ ਤਾਂ ਨੀਚੇ ਲਿਖ ਸਕਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ, ਮੈਂ ਇਸ ਦੇ ਉੱਪਰ ਮਤਲਬ ਕਹਿ ਲਓ ਇਸ ਨੂੰ ਦੁਬਾਰਾ ਤੋਂ ਕੀ ਕਰ ਦੂੰਗਾ, ਐਕਸਪਲੇਨ ਕਰ ਦੂੰਗਾ। ਠੀਕ ਹੈ, ਤਾਂ ਇਹ ਬਣ ਗਿਆ। ਹੁਣ ਇਸ ਦੇ ਵਿੱਚ ਕੀ ਸੀ ਦੇਖੋ, ਇੱਥੇ 1 1 ਕੀ ਹੈ, ਮਤਲਬ i ਅਤੇ j ਕੀ ਨੇ, ਆ i ਹੈ ਆ j ਆ, ਇਹ ਇਕੁਅਲ ਆ। ਇੱਥੇ 2 2 ਆ, ਇੱਥੇ ਵੀ i ਅਤੇ j ਕੀ ਆ ਇਕੁਅਲ, 3 3 ਆ, i ਅਤੇ j ਇਕੁਅਲ ਆ, ਦੇਖੋ i ਅਤੇ j। ਤਾਂ ਇਹ ਕੀ ਬਣ ਗਏ, ਇਸ ਦੇ ਡਾਇਗਨਲ ਐਲੀਮੈਂਟ ਬਣ ਜਾਣਗੇ। ਠੀਕ ਹੈ, ਇਹ ਕੀ ਬਣਨਗੇ, ਇਸ ਦੇ ਡਾਇਗਨਲ ਐਲੀਮੈਂਟ। ਅਤੇ ਜਦੋਂ ਆਪਾਂ ਮੈਟ੍ਰਿਕਸ ਦੀ ਗੱਲ ਕਰ ਰਹੇ ਹਾਂ, ਡਾਇਗਨਲ ਮੈਟ੍ਰਿਕਸ ਦੀ, ਤਾਂ ਕੀ ਹੁੰਦਾ ਉਸ ਦੇ ਵਿੱਚ ਕਿ ਜਿਹੜੇ ਡਾਇਗਨਲ ਐਲੀਮੈਂਟ ਨੇ ਇਕੱਲੇ, ਉਹਨਾਂ ਦੀ ਕੋਈ ਨਾ ਕੋਈ ਵੈਲਿਊ ਹੋਏਗੀ। ਮੰਨ ਲਓ ਇੱਥੇ 5 ਆ ਗਿਆ, ਇੱਥੇ 0 0 8 ਆ ਗਿਆ। ਜਿਹੜੇ ਇਹ ਡਾਇਗਨਲ ਐਲੀਮੈਂਟ ਨੇ ਇਹਨਾਂ ਦੀ ਕੋਈ ਨਾ ਕੋਈ ਵੈਲਿਊ ਹੋਏਗੀ, ਬਾਕੀ ਦੇ ਐਲੀਮੈਂਟ ਜਿਹੜੇ ਆ ਨੀਚੇ ਆ ਉੱਪਰ ਆ ਇਹ ਕੀ ਹੋਣਗੇ 0। ਠੀਕ ਹੈ, ਤਾਂ ਕਰਕੇ ਇਸ ਨੂੰ ਆਪਾਂ ਕੀ ਬੋਲਾਂਗੇ, ਡਾਇਗਨਲ ਕੀ ਆ ਮੈਟ੍ਰਿਕਸ ਆ ਜਿਹੜੀ ਉਹ ਬੋਲਾਂਗੇ। ਠੀਕ ਹੈ, ਤਾਂ ਡਾਇਗਨਲ ਮੈਟ੍ਰਿਕਸ ਨੂੰ ਇਵੇਂ ਲਿਖ ਦਿੰਦੇ ਹੁੰਦੇ ਆ, ਜਿਸ ਦੇ ਵਿੱਚ ਕੀ ਆ ਇਕੱਲੇ ਜਿਹੜੇ ਡਾਇਗਨਲ ਐਲੀਮੈਂਟ ਨੇ ਉਹਨਾਂ ਦੀ ਕੋਈ ਨਾ ਕੋਈ ਵੈਲਿਊ ਹੋਏਗੀ, ਬਾਕੀ ਦੇ ਐਲੀਮੈਂਟ ਜਿਹੜੀ ਉੱਪਰ ਇੱਕ ਟ੍ਰਾਇੰਗਲ ਬਣ ਰਹੀ ਆ, ਨੀਚੇ ਟ੍ਰਾਇੰਗਲ ਬਣ ਰਹੀ ਆ, ਉਹ ਕੀ ਹੋਏਗੀ 0 ਹੋਣਗੇ ਉਹ ਐਲੀਮੈਂਟ। ਠੀਕ ਹੈ, ਤਾਂ ਇੱਕ ਮੈਥਡ ਤਾਂ ਹੈਗਾ ਇਸ ਨੂੰ ਇਸ ਤਰੀਕੇ ਨਾਲ ਲਿਖਣ ਦਾ। ਇੱਕ ਸੈਕਿੰਡ ਮੈਥਡ ਹੁੰਦਾ ਜਿਸ ਦੇ ਵਿੱਚ ਕੀ ਆ ਜਾਂਦਾ, ਦੇਖੋ ਆਪਾਂ ਇਸ ਨੂੰ ਇਵੇਂ ਲਿਖ ਲੈਂਦੇ ਹਾਂ, ਡਾਇਗਨਲ ਐਲੀਮੈਂਟ ਕਿਹੜੇ ਕਿਹੜੇ ਨੇ 1 5 8। ਇਸ ਦਾ ਮਤਲਬ ਕੀ ਆ, ਇਹ ਡਾਇਗਨਲ ਮੈਟ੍ਰਿਕਸ ਆ ਜਿਸ ਦੇ ਐਲੀਮੈਂਟ ਕਿਹੜੇ ਨੇ 1 5 8 ਨੇ। ਠੀਕ ਹੈ, ਬਾਕੀ ਦੇ ਤਾਂ ਕੀ ਨੇ ਦੇਖੋ 0 ਹੀ ਨੇ। ਤਾਂ ਇਸ ਤਰੀਕੇ ਨਾਲ ਜੇ ਲਿਖਿਆ ਹੋਵੇ ਇਸ ਨੂੰ ਆਪਾਂ ਇਵੇਂ ਵੀ ਲਿਖ ਸਕਦੇ ਹਾਂ। ਠੀਕ ਹੈ, ਤਾਂ ਇਹ ਪਤਾ ਲੱਗ ਗਿਆ ਨਾ ਕਿ ਡਾਇਗਨਲ ਮੈਟ੍ਰਿਕਸ ਕਿਹੜੀ ਹੁੰਦੀ ਆ, ਜਿਸ ਦੇ ਇਕੱਲੇ ਜਿਹੜੇ ਡਾਇਗਨਲ ਐਲੀਮੈਂਟ ਨੇ ਉਹਨਾਂ ਦੀ ਕੋਈ ਨਾ ਕੋਈ ਵੈਲਿਊ ਹੋਏਗੀ, ਬਟ ਜਿਹੜੇ ਵਿਦਾਊਟ ਡਾਇਗਨਲ ਐਲੀਮੈਂਟ ਨੇ ਉਹ ਕੀ ਹੋਣਗੇ 0, ਜਿੱਥੇ i ਅਤੇ j ਇਕੁਅਲ ਨਹੀਂ। ਠੀਕ ਹੈ, i ਅਤੇ j ਇਕੁਅਲ ਨਹੀਂ ਦਾ ਮਤਲਬ ਕਿ ਇੱਥੇ ਇਹ ਐਲੀਮੈਂਟ ਦੀ ਪੋਜੀਸ਼ਨ ਕੀ ਹੈ। ਇੱਕ ਵਾਰ ਇਹਨੂੰ ਥੋੜ੍ਹਾ ਜਿਹਾ ਫਿਰ ਸਮਝ ਲੈਂਦੇ ਆਪਾਂ ਡਿਟੇਲ ਦੇ ਵਿੱਚ। ਠੀਕ ਹੈ, ਤਾਂ ਕਿ ਤੁਹਾਨੂੰ ਹੋਰ ਕੀ ਹੋ ਜਾਏਗਾ, ਕਲੀਅਰ ਹੋ ਜਾਏਗਾ। ਅੱਛਾ, ਉਸ ਤੋਂ ਪਹਿਲਾਂ ਇਸ ਨੂੰ ਕੀ ਆ ਨੋਟ ਡਾਊਨ ਕਰਨਾ, ਨੋਟ ਡਾਊਨ ਜਿਹੜਾ ਉਹ ਕਰ ਲਓ। ਠੀਕ ਹੈ, ਆ ਦੇਖੋ ਫੋਰ ਐਗਜ਼ਾਮਪਲ, ਕਿਉਂਕਿ ਜ਼ਿਆਦਾਤਰ ਆਪਾਂ 3x3 ਦੀ ਮੈਟ੍ਰਿਕਸ ਹੀ ਪੜ੍ਹਦੇ ਹੁੰਦੇ ਹਾਂ। ਮੰਨ ਲਓ ਇਸ ਤਰੀਕੇ ਨਾਲ ਮੈਂ ਕੋਈ ਵੀ ਮੈਟ੍ਰਿਕਸ ਆ ਜਿਹੜੀ ਉਹ ਲਿਖਤੀ। ਠੀਕ ਹੈ, ਤਾਂ ਇਸ ਦੇ ਵਿੱਚ ਇਸ ਐਲੀਮੈਂਟ ਦੀ ਕੀ ਪੋਜੀਸ਼ਨ ਹੋਏਗੀ, ਕੀ ਪੋਜੀਸ਼ਨ ਹੋਏਗੀ 1 1। ਇਸ ਦੀ ਕੀ ਪੋਜੀਸ਼ਨ ਹੋਏਗੀ 1 2। ਇਸ ਦੀ ਕੀ ਪੋਜੀਸ਼ਨ ਹੋਏਗੀ 1 3। ਇਸ ਦੀ ਕੀ ਪੋਜੀਸ਼ਨ ਹੋਏਗੀ 2 1। ਇਸ ਦੀ ਕੀ ਹੋਏਗੀ 2 2। ਇਸ ਦੀ ਕੀ ਹੋਏਗੀ 2 a2 3। ਇਹ ਕੀ ਹੋਏਗਾ a3 1। ਇਹ ਹੋਏਗਾ a3 2। ਇਹ ਕੀ ਹੋਏਗਾ a3 3। ਤਾਂ ਦੇਖੋ 1 1 2 2 3 3, ਇਹ ਤਿੰਨੋਂ ਕੀ ਨੇ, ਇਸ ਦੇ ਡਾਇਗਨਲ ਐਲੀਮੈਂਟ ਨੇ। ਇਹਨਾਂ ਦੀ ਕੀ ਹੈ, ਕੋਈ ਨਾ ਕੋਈ ਵੈਲਿਊ ਹੋਏਗੀ ਡਾਇਗਨਲ ਮੈਟ੍ਰਿਕਸ ਦੇ ਵਿੱਚ। ਬਾਕੀ ਜਿਹੜੇ ਆ ਨੀਚੇ ਦੇ ਨੇ, ਜਿੱਥੇ i j ਇਕੁਅਲ ਨਹੀਂ ਹੈਗੇ, ਦੇਖੋ ਇੱਥੇ 2 ਆ 1 ਆ 3 1 3 2 2 3, ਮਤਲਬ ਰੋ ਅਤੇ ਕਾਲਮ ਕੀ ਨੇ ਇੱਥੇ ਸੇਮ ਨਹੀਂ ਨਾ ਪੋਜੀਸ਼ਨ, ਤਾਂ ਕੀ ਆ ਉਹ ਐਲੀਮੈਂਟ ਕੀ ਹੋਣਗੇ 0। ਠੀਕ ਹੈ, ਤਾਂ ਇਹ ਬਣ ਗਈ ਆਪਣੇ ਕੋਲ ਡਾਇਗਨਲ ਮੈਟ੍ਰਿਕਸ।
ਹੁਣ ਡਾਇਗਨਲ ਤੋਂ ਹੀ ਬਾਅਦ ਅੱਗੇ ਚੱਲਦੇ ਹਾਂ ਸਕੇਲਰ ਮੈਟ੍ਰਿਕਸ ਦੇ ਉੱਪਰ। ਇਹ ਤਿੰਨੋਂ ਮੈਟ੍ਰਿਕਸ ਕੀ ਨੇ, ਆਪਸ 'ਚ ਇੰਟਰ ਰਿਲੇਟਡ ਨੇ ਤਿੰਨੋਂ। ਪਹਿਲਾਂ ਡਾਇਗਨਲ ਮੈਟ੍ਰਿਕਸ ਦੇ ਵਿੱਚ ਕੀ ਹੋਣਗੇ, ਇਕੱਲੇ ਡਾਇਗਨਲ ਐਲੀਮੈਂਟ ਹੋਣਗੇ, ਬਟ ਇਹ ਡਾਇਗਨਲ ਐਲੀਮੈਂਟ ਕੀ ਨੇ, ਦੇਖੋ ਇੱਥੇ ਅਲੱਗ-ਅਲੱਗ ਨੇ। ਜੇ ਇਹ ਡਾਇਗਨਲ ਐਲੀਮੈਂਟ ਕੀ ਹੋ ਜਾਣ, ਸੇਮ ਹੋ ਜਾਣ, ਮਤਲਬ ਇੱਥੇ 4 0 0 0 4 0 0 0 4, ਇਸ ਤਰੀਕੇ ਦੇ ਨਾਲ ਤਿੰਨੋਂ ਜਿਹੜੇ ਡਾਇਗਨਲ ਐਲੀਮੈਂਟ ਨੇ ਉਹਨਾਂ ਦੀ ਵੈਲਿਊ ਕੀ ਹੈ, ਸੇਮ ਹੈ, ਤਾਂ ਉਸ ਨੂੰ ਕਿਹੜੀ ਮੈਟ੍ਰਿਕਸ ਬੋਲਾਂਗੇ, ਸਕੇਲਰ ਮੈਟ੍ਰਿਕਸ। ਠੀਕ ਹੈ, ਇਕੱਲੇ ਡਾਇਗਨਲ ਐਲੀਮੈਂਟ ਨੇ ਅਤੇ ਉਹਨਾਂ ਦੀ ਵੀ ਵੈਲਿਊ ਕੀ ਹੈ, ਸੇਮ। ਠੀਕ ਹੈ, ਤਾਂ ਕਿ ਬੋਲਾਂਗੇ ਉਹਨੂੰ ਸਕੇਲਰ ਮੈਟ੍ਰਿਕਸ। ਹੁਣ ਇਸ ਤੋਂ ਹੀ ਅੱਗੇ ਕੀ ਬਣ ਗਈ, ਆਇਡੈਂਟੀਟੀ ਮੈਟ੍ਰਿਕਸ। ਆਇਡੈਂਟੀਟੀ ਮੈਟ੍ਰਿਕਸ ਕੀ ਹੋਏਗੀ ਕਿ ਜਿਸ ਦੇ ਵਿੱਚ ਜਿਹੜੇ ਡਾਇਗਨਲ ਐਲੀਮੈਂਟ ਨੇ ਉਹ ਕੀ ਹੋਣਗੇ, ਆਇਡੈਂਟੀਟੀ ਮਤਲਬ 1 ਹੋਣਗੇ ਇਕੱਲੇ। ਠੀਕ ਹੈ, ਇਕੱਲਾ ਇੱਥੇ ਕੀ ਬਣਨਗੇ, 1 ਬਣਨਗੇ, ਤਾਂ ਉਸ ਨੂੰ ਕੀ ਬੋਲਾਂਗੇ, ਆਇਡੈਂਟੀਟੀ ਮੈਟ੍ਰਿਕਸ। ਠੀਕ ਹੈ, ਇਹਨਾਂ ਨੂੰ ਨੋਟ ਡਾਊਨ ਕਰ ਲਿਓ ਐਂਡ ਚੰਗੀ ਤਰੀਕੇ ਦੇ ਨਾਲ ਪ੍ਰੈਕਟਿਸ ਕਰ ਲਿਓ, ਮਤਲਬ ਇਹਨਾਂ ਨੂੰ ਥੋੜ੍ਹਾ ਜਿਹਾ ਕਹਿ ਲਓ ਯਾਦ ਹੀ ਕਰ ਲਿਓ ਕਿ ਰੈਕਟੈਂਗਲ, ਸਕੁਏਅਰ, ਰੋ, ਕਾਲਮ, ਡਾਇਗਨਲ, ਸਕੇਲਰ ਅਤੇ ਆਇਡੈਂਟੀਟੀ ਮੈਟ੍ਰਿਕਸ। ਠੀਕ ਹੈ, ਦੁਬਾਰਾ ਦੱਸ ਦਿੰਦਾ, ਦੇਖੋ ਡਾਇਗਨਲ ਕਿਹੜੀ ਪੜ੍ਹੀ ਸੀ, ਜਿਸ ਦੇ ਵਿੱਚ ਤਿੰਨੋਂ ਐਲੀਮੈਂਟ ਅਲੱਗ-ਅਲੱਗ ਹੋਣਗੇ, ਇਕੱਲੇ ਡਾਇਗਨਲ 'ਤੇ ਹੋਣਗੇ, ਬਾਕੀ ਦੇ ਐਲੀਮੈਂਟ 0। ਸਕੇਲਰ ਦੇ ਵਿੱਚ ਵੀ ਬਾਕੀ ਦੇ ਐਲੀਮੈਂਟ 0 ਨੇ, ਬਟ ਇਕੱਲੇ ਡਾਇਗਨਲ ਵਾਲੇ ਕੀ ਨੇ, ਇਕੁਅਲ ਨੇ ਬਟ 1 1 ਨਹੀਂ। ਜੇ ਇਕੁਅਲ ਵੀ ਨੇ ਮਤਲਬ 1 1 ਹੋ ਗਏ ਉਹ, ਤਾਂ ਕੀ ਬਣ ਗਈ, ਉਹ ਆਇਡੈਂਟੀਟੀ ਬਣ ਗਈ। ਇਸ ਤੋਂ ਬਾਅਦ ਲਾਸਟ ਬਚ ਗਿਆ ਆਪਣੇ ਕੋਲ 0 ਔਰ ਨਲ ਮੈਟ੍ਰਿਕਸ। ਇਹਦਾ ਕੀ ਹੋਏਗੀ, ਦੇਖੋ ਜਿਸ ਦੇ ਸਾਰੇ ਐਲੀਮੈਂਟ ਕੀ ਹੋਣਗੇ, 0 ਹੋਣਗੇ। ਠੀਕ ਹੈ ਨਾ, ਕੋਈ ਮੈਟ੍ਰਿਕਸ ਆ ਜਿਸ ਦੇ ਸਾਰੇ ਹੀ ਐਲੀਮੈਂਟ ਕੀ ਹੋ ਗਏ, 0 ਹੋ ਗਏ, ਫੋਰ ਐਗਜ਼ਾਮਪਲ ਇਹ ਵੀ 0 ਆ, ਇਹ ਵੀ 0 ਆ, ਇਹ ਵੀ 0 ਆ, ਤਾਂ ਉਸ ਨੂੰ ਕੀ ਬੋਲਾਂਗੇ ਆਪਾਂ, ਨਲ ਮੈਟ੍ਰਿਕਸ ਬੋਲਾਂਗੇ। ਇਸ ਤੋਂ ਬਾਅਦ ਆ ਜਾਏਗੀ ਟ੍ਰਾਇੰਗੂਲਰ ਮੈਟ੍ਰਿਕਸ। ਤਾਂ ਲਾਸਟ ਬਚ ਗਿਆ ਟ੍ਰਾਇੰਗੂਲਰ ਮੈਟ੍ਰਿਕਸ, ਇਹ ਵੀ ਆਪਾਂ ਕੀ ਆ ਦੇਖ ਲੈਂਦੇ ਹਾਂ। ਉਸ ਤੋਂ ਬਾਅਦ ਫਿਰ ਅੱਜ ਦੀ ਕਲਾਸ ਦੇ ਵਿੱਚ ਇੰਨਾ ਹੀ, ਬਾਕੀ ਆਪਾਂ ਕਰਾਂਗੇ ਨੈਕਸਟ ਕਲਾਸ ਦੇ ਵਿੱਚ। ਬਟ ਉਸ ਤੋਂ ਪਹਿਲਾਂ ਜਿਹੜਾ ਅੱਗੇ ਦਾ ਟੌਪਿਕ ਆ ਉਹ ਤੁਹਾਨੂੰ ਫੇਰ ਹੀ ਸਮਝ ਆਏਗਾ ਜੇ ਤੁਹਾਨੂੰ ਇਹ ਕੀ ਆ ਪਤਾ ਹੋਏਗਾ ਸਾਰੀਆਂ ਮੈਟ੍ਰਿਕਸ ਦਾ। ਤਾਂ ਕੋਸ਼ਿਸ਼ ਕਰੋ ਕਿ ਇਹਨਾਂ ਦੇ ਨੋਟਸ ਤੁਸੀਂ ਬਣਾ ਲਓ, ਜਿਵੇਂ ਮੈਂ ਲਿਖਿਆ ਸੀ ਸ਼ਾਰਟ ਕਿ ਰੈਕਟੈਂਗੂਲਰ ਕਿਹੜੀ ਹੁੰਦੀ ਆ, ਸਕੁਏਅਰ ਕਿਹੜੀ ਹੁੰਦੀ ਆ, ਰੋ ਕਿਹੜੀ ਹੁੰਦੀ ਆ, ਕਾਲਮ ਕਿਹੜੀ ਹੁੰਦੀ ਆ, ਡਾਇਗਨਲ ਕਿਹੜੀ ਹੁੰਦੀ ਆ। ਠੀਕ ਹੈ, ਅਤੇ ਲਾਸਟ 'ਤੇ ਆਪਾਂ ਇੱਕ ਛੋਟੀ ਜਿਹੀ ਐਕਸਰਸਾਈਜ਼ ਕਰਦੇ ਹਾਂ ਤਾਂ ਕਿ ਤੁਹਾਨੂੰ ਕੀ ਹੋ ਜੇ, ਰਿਵਾਈਜ਼ ਹੋ ਜੇ। ਤਾਂ ਟ੍ਰਾਇੰਗੂਲਰ ਕੀ ਹੁੰਦੀ ਆ, ਦੇਖੋ ਟ੍ਰਾਇੰਗੂਲਰ ਮੈਟ੍ਰਿਕਸ ਦੇ ਵਿੱਚ 2 ਹੁੰਦੀ ਆ, ਇੱਕ ਹੁੰਦੀ ਆ ਅਪਰ। ਠੀਕ ਹੈ, ਅਪਰ ਦੇ ਸਪੈਲਿੰਗ ਕਿਵੇਂ ਹੁੰਦੇ ਆ ਦੇਖ ਲਿਓ, ਅਪਰ ਟ੍ਰਾਇੰਗੂਲਰ। ਇਸ ਤੋਂ ਬਾਅਦ ਇੱਕ ਹੁੰਦੀ ਹੈ ਲੋਅਰ ਟ੍ਰਾਇੰਗੂਲਰ ਮੈਟ੍ਰਿਕਸ। ਠੀਕ ਹੈ, ਇਹ ਹੁੰਦੇ ਆ ਅਪਰ ਟ੍ਰਾਇੰਗੂਲਰ ਮੈਟ੍ਰਿਕਸ ਐਂਡ ਇਸ ਤੋਂ ਬਾਅਦ ਇਸ ਦਾ ਇੱਕ ਸੈਕਿੰਡ ਪਾਰਟ ਹੁੰਦਾ ਲੋਅਰ ਟ੍ਰਾਇੰਗੂਲਰ ਮੈਟ੍ਰਿਕਸ। ਅਪਰ ਟ੍ਰਾਇੰਗੂਲਰ ਮੈਟ੍ਰਿਕਸ ਦੇ ਵਿੱਚ ਕੀ ਹੋਣਗੇ, ਦੇਖੋ ਜਿਹੜੀ ਇਹ ਟ੍ਰਾਇੰਗਲ ਬਣਦੀ ਹੈ ਇੱਥੇ 1 2 3 0 4 ਇੱਥੇ ਵੀ 0 ਹੋਏਗਾ। ਠੀਕ ਹੈ, ਵੇਟ ਏ ਮਿੰਟ, ਜਿਸ ਦੇ ਵਿੱਚ ਕੀ ਹੋਣਗੇ, ਅੱਛਾ ਇੱਥੇ ਤਾਂ ਕੁਛ ਨਾ ਕੁਛ ਹੋਊਗਾ, ਬਸ ਆਹ ਨੀਚੇ 0 ਬਣੇਗੀ। ਠੀਕ ਹੈ ਨਾ, ਜਿਸ ਦੇ ਵਿੱਚ ਕੀ ਆ, ਇਸ ਤਰੀਕੇ ਦੇ ਨਾਲ ਟ੍ਰਾਇੰਗਲ ਬਣੇਗੀ ਅਪਰ ਸਾਈਡ, ਤਾਂ ਉਸ ਨੂੰ ਬੋਲਾਂਗੇ ਅਪਰ ਟ੍ਰਾਇੰਗੂਲਰ ਮੈਟ੍ਰਿਕਸ। ਅਤੇ ਲੋਅਰ ਕੀ ਆ, ਦੇਖੋ ਜਿਸ ਦੇ ਵਿੱਚ ਕੀ ਬਣੇਗੀ, ਲੋਅਰ 'ਤੇ ਟ੍ਰਾਇੰਗਲ ਬਣੇਗੀ, ਅਪਰ ਕੀ ਹੋਣਗੀਆਂ, ਇੱਥੇ 3 ਜ਼ੀਰੋਜ਼ ਹੋਣਗੀਆਂ, ਬਾਕੀ ਇੱਥੇ ਐਲੀਮੈਂਟਸ ਦੀ ਕੀ ਹੋਏਗੀ, ਕੁਛ ਨਾ ਕੁਛ ਵੈਲਿਊ ਹੋਏਗੀ। ਠੀਕ ਹੈ, ਆਹ ਦੇਖੋ ਲੋਅਰ 'ਤੇ ਕੀ ਬਣ ਰਹੀ ਹੈ, ਇੱਕ ਟ੍ਰਾਇੰਗਲ ਬਣ ਰਹੀ ਆ, ਤਾਂ ਇਹ ਕੀ ਆ, ਲੋਅਰ ਟ੍ਰਾਇੰਗੂਲਰ ਮੈਟ੍ਰਿਕਸ, ਇਹ ਕੀ ਹੈ, ਅਪਰ ਟ੍ਰਾਇੰਗੂਲਰ ਮੈਟ੍ਰਿਕਸ। ਠੀਕ ਹੈ, ਤਾਂ ਹੁਣ ਕੀ ਕਰੋ, ਇਹਨਾਂ ਦੀ ਇੱਕ ਵਾਰ ਤੁਸੀਂ ਰਿਵੀਜ਼ਨ ਕਰਨੀ ਹੈ, ਰਿਵੀਜ਼ਨ ਕਰ ਸਕਦੇ ਹੋ। ਅਤੇ ਆਪਾਂ ਕਰਦੇ ਹਾਂ ਇੱਕ ਛੋਟੀ ਜਿਹੀ ਐਕਸਰਸਾਈਜ਼, ਜਿਸ ਦੇ ਵਿੱਚ ਕੀ ਆ, ਤੁਸੀਂ ਦੇਖਿਓ ਆਇਡੈਂਟੀਫਾਈ ਕਰਕੇ ਕਿ ਇਹ ਕਿਹੜੀ ਮੈਟ੍ਰਿਕਸ ਆ। ਠੀਕ ਹੈ, ਤਾਂ ਮੰਨ ਲਓ ਕੋਈ ਮੈਟ੍ਰਿਕਸ ਹੈ, ਜੇ ਉਸ ਦਾ ਆਰਡਰ ਕਿੰਨਾ ਗਿਵਨ ਹੋਵੇ 3/2, ਤਾਂ ਕਿਹੜੀ ਮੈਟ੍ਰਿਕਸ ਆਪਾਂ ਉਸ ਨੂੰ ਬੋਲਾਂਗੇ। ਠੀਕ ਹੈ, 3/2 ਮੈਟ੍ਰਿਕਸ ਦੀ ਆਰਡਰ ਦੀ ਕੋਈ ਮੈਟ੍ਰਿਕਸ ਆ, ਫੋਰ ਐਗਜ਼ਾਮਪਲ 1 2 5 6 7। ਠੀਕ ਹੈ, ਇਸ ਤਰੀਕੇ ਦੇ ਨਾਲ, ਜਿਸ ਦੀਆਂ ਰੋ ਕਿੰਨੀਆਂ ਨੇ 3, ਕਾਲਮ ਕਿੰਨੇ ਨੇ 2, ਤਾਂ ਕਿਹੜੀ ਮੈਟ੍ਰਿਕਸ ਹੋਏਗੀ, ਉਹ ਰੈਕਟੈਂਗੂਲਰ ਮੈਟ੍ਰਿਕਸ। ਅਤੇ ਜੇ ਉਸ ਦਾ ਆਰਡਰ ਹੋ ਜਾਏ 2/2 ਦਾ, ਇਸ ਤਰੀਕੇ ਦੇ ਨਾਲ, ਹੁਣ ਇਹ ਕਿਹੜੀ ਬਣ ਜਾਏਗੀ, ਸਕੁਏਅਰ ਮੈਟ੍ਰਿਕਸ। ਅਤੇ ਜੇ ਹੁਣ ਕੀ ਕਰ ਦਈਏ, ਇਸ ਦੀ ਰੋ ਆਪਾਂ ਸਿੰਗਲ ਕਰ ਦਈਏ ਇਸ ਤਰੀਕੇ ਦੇ ਨਾਲ, ਤਾਂ ਹੁਣ ਕੀ ਬਣ ਜਾਏਗੀ, ਇਹ ਰੋ ਮੈਟ੍ਰਿਕਸ। ਅਤੇ ਜੇ ਇਸ ਨੂੰ ਕੀ ਕਰ ਦਈਏ, ਇਸ ਤਰੀਕੇ ਨਾਲ ਲਿਖ ਲਈਏ 1 2, ਤਾਂ ਹੁਣ ਕੀ ਬਣ ਜਾਏਗੀ, ਇਹ ਕਾਲਮ ਮੈਟ੍ਰਿਕਸ। ਅਤੇ ਜੇ ਇਸ ਨੂੰ ਕੀ ਕਰੀਏ, ਥੋੜ੍ਹਾ ਜਿਹਾ ਇਸ ਤਰੀਕੇ ਨਾਲ ਲਿਖ ਦਈਏ ਕਿ 1 0 0 1। ਠੀਕ ਹੈ, ਇੱਥੇ ਕੁਛ ਵੀ 5 ਲਿਖ ਦਿੰਦਾ ਮੈਂ, ਤਾਂ ਹੁਣ ਕੀ ਬਣ ਗਈ, ਇਹ
ਡਾਇਗਨਲ ਮੈਟ੍ਰਿਕਸ, ਬਿਕੋਜ਼ ਇਕੱਲੇ ਇਹਦੇ ਡਾਇਗਨਲ ਐਲੀਮੈਂਟ ਨੇ ਜਿਹੜੇ ਉਹਨਾਂ ਦੀ ਕੁਛ ਨਾ ਕੁਛ ਵੈਲਿਊ ਆ, ਜਿਹੜੇ ਨੋਨ ਡਾਇਗਨਲ ਨੇ ਉਹ ਕੀ ਨੇ 0। ਅਤੇ ਜੇ ਇਸ ਨੂੰ ਇਸ ਤਰੀਕੇ ਨਾਲ ਬਣਾ ਦਈਏ 5 0 0 5 ਤਾਂ ਹੁਣ ਕੀ ਬਣ ਜਾਏਗੀ ਇਹ ਸਕੇਲਰ ਮੈਟ੍ਰਿਕਸ। ਅਤੇ ਜੇ ਦੋਨਾਂ ਨੂੰ ਕੀ ਕਰ ਦਈਏ ਇੱਥੇ ਵੀ 1 ਕਰ ਦਈਏ ਇੱਥੇ ਵੀ 1 ਕਰ ਦਈਏ ਤਾਂ ਕੀ ਬਣ ਜਾਏਗੀ ਇਹ ਆਇਡੈਂਟੀਟੀ ਮੈਟ੍ਰਿਕਸ। ਠੀਕ ਹੈ, ਅਤੇ ਜੇ ਸਾਰੇ ਐਲੀਮੈਂਟ ਹੀ 0 ਹੋ ਗਏ ਤਾਂ 0 ਮੈਟ੍ਰਿਕਸ। ਅਤੇ ਜੇ ਕੀ ਹੋਏਗਾ ਇਸ ਦੇ ਉੱਪਰ ਜਿਹੜੀ ਟ੍ਰਾਇੰਗੂਲਰ ਆ ਉਹ 3/3 ਦੀ ਸਕੇਅਰ ਮੈਟ੍ਰਿਕਸ ਦੇ ਵਿੱਚ ਹੀ ਬਣੇਗੀ। ਠੀਕ ਹੈ ਨਾ, ਯਾਦ ਰੱਖ ਲਿਓ ਜਿਹੜੀ ਟ੍ਰਾਇੰਗੂਲਰ ਮੈਟ੍ਰਿਕਸ ਆ ਉਹ 3/3 ਦੀ ਮੈਟ੍ਰਿਕਸ ਦੇ ਵਿੱਚ ਹੀ ਬਣੇਗੀ। ਤਾਂ ਜਿਵੇਂ ਇਸ ਤਰੀਕੇ ਦੇ ਨਾਲ ਜੇ ਕੁਛ ਵੀ ਗਿਵਨ ਹੋ ਜੇ 1 2 3 4 5 ਇੱਥੇ 0 0 ਇੱਥੇ ਕੀ ਹੈਗਾ ਕੁਛ ਵੀ ਆ ਗਿਆ ਤਾਂ ਇਹ ਦੇਖੋ ਇਹ ਬਣ ਜਾਏਗੀ ਅਪਰ ਟ੍ਰਾਇੰਗੂਲਰ। ਅਤੇ ਜੇ ਇਸ ਨੂੰ ਸ਼ਿਫਟ ਕਰ ਦਾਂਗੇ ਨੀਚੇ ਨੂੰ ਜ਼ੀਰੋਆਂ ਕੀ ਆ ਉੱਪਰ ਚਲੀਆਂ ਗਈਆਂ ਇੱਥੇ 3 ਜ਼ੀਰੋਜ਼ ਆ ਜਾਣ ਤਾਂ ਕੀ ਬਣ ਜਾਏਗੀ ਉਹ ਲੋਅਰ ਟ੍ਰਾਇੰਗੂਲਰ ਮੈਟ੍ਰਿਕਸ। ਸੋ ਇਹ ਸੀ ਅੱਜ ਦੀ ਕਲਾਸ। ਸਮਝ ਆਇਆ ਜਾਂ ਕਿੰਨਾ ਕੁ ਤੁਹਾਨੂੰ ਕੋਈ ਡਾਊਟ ਆ ਤਾਂ ਤੁਸੀਂ ਕੀ ਪੁੱਛ ਸਕਦੇ ਹੋ ਨੀਚੇ ਕਮੈਂਟ ਸੈਕਸ਼ਨ ਦੇ ਵਿੱਚ ਵਿਦਆਊਟ ਹੈਜ਼ੀਟੇਸ਼ਨ। ਠੀਕ ਹੈ, ਸੋ ਨੈਕਸਟ ਕਲਾਸ ਦੇ ਵਿੱਚ ਆਪਾਂ ਕੀ ਆ ਆਪਣਾ ਅਗਲਾ ਟੌਪਿਕ ਕਰਾਂਗੇ। ਅਤੇ ਬਟ ਉਸ ਤੋਂ ਪਹਿਲਾਂ ਕੀ ਆ ਇਹ ਜਿਹੜਾ ਟੌਪਿਕ ਆ ਇਸ ਦੀ ਕੀ ਆ ਤੁਸੀਂ ਪ੍ਰੈਕਟਿਸ ਜ਼ਰੂਰ ਕਰ ਲਿਓ। ਠੀਕ ਹੈ, ਸੋ ਅੱਜ ਦੀ ਕਲਾਸ ਦੇ ਵਿੱਚ ਇੰਨਾ ਹੀ, ਬਾਕੀ ਆਪਾਂ ਕਰਦੇ ਹਾਂ ਫਿਰ ਨੈਕਸਟ ਕਲਾਸ ਦੇ ਵਿੱਚ। ਥੈਂਕ ਯੂ।